ਯਾਰ ਦੋਸਤ। ਸੋ ਇਸ ਤੋਂ ਬਾਅਦ ਕਾਲਜ ਵੀ ਦਿਲ ਨਹੀਂ ਸੀ ਲੱਗ ਰਿਹਾ। ਮੈਂ ਕਿਉਂਕਿ ਇਕੱਲਾ ਹੀ ਸੀ। ਸੌਰਵ ਹੁੰਦਾ ਤਾਂ ਸੀ, ਪਰ ਸੌਰਵ ਜ਼ਿਆਦਾਤਰ ਘੁੰਮਣ ਫਿਰਨ ਤੇ ਖਾਣ ਪੀਣ ਵੱਲ ਹੀ ਰਹਿੰਦਾ ਸੀ। ਜੇਬ ਪੈਸਾ ਨਾ ਹੋਣ ਕਰਕੇ ਸੌਰਵ ਨਾਲ ਵਧੀਆ ਜਗ੍ਹਾ ਤੇ ਘੁੰਮ ਤਾਂ ਰਿਹਾ ਸੀ, ਪਰ ਖੁਸ਼ੀ ਨਹੀਂ ਸੀ ਉਹਨਾਂ ਚੀਜ਼ਾਂ 'ਚ, ਕਿਉਂਕਿ ਇੰਨੀ ਕੁ ਐਸ਼ ਤਾਂ ਵਿਕਾਸ ਨਾਲ ਮੈਂ ਬਚਪਨ 'ਚ ਹੀ ਕਰ ਲਈ ਸੀ। ਫੇਰ ਬਸ ਮੈਂ ਸਾਰਾ ਦਿਨ ਕਿਤਾਬਾਂ ਨਾਲ ਹੀ ਜੁੜਿਆ ਰਹਿੰਦਾ। ਕੋਈ ਕਹਾਣੀ ਪੜ੍ਹ ਲੈਂਦਾ ਜਾਂ ਕੋਈ ਨਾਵਲ। ਕਵਿਤਾ ਵਾਲੇ ਪਾਸੇ ਮੈਨੂੰ ਸਾਹਿਰ, ਪਾਸ਼ ਤੇ ਸ਼ਿਵ ਤੋਂ ਇਲਾਵਾ ਕੁਝ ਸਮਝ ਹੀ ਨਹੀਂ ਸੀ ਲੱਗਦਾ, ਤਾਂ ਮੈਂ ਕੁਝ ਵੀ ਹੋਰ ਨਹੀਂ ਸੀ ਪੜ੍ਹਦਾ। ਫਿਰ ਇੱਕ ਦਿਨ ਮੈਂ ਇੱਕ ਪੋਸਟਰ ਪੜ੍ਹਿਆ ਕਿ ਕਾਲਜ ਵਿੱਚ ਯੂਥ ਫੈਸਟੀਵਲ ਵਿੱਚ ਬੋਲੀਆਂ ਪਾਉਣ ਵਾਲੇ ਦੀ ਅਤੇ ਭੰਗੜਾ ਪਾਉਣ ਵਾਲਿਆਂ ਦੀ ਆਡੀਸ਼ਨ ਸ਼ਨੀਵਾਰ ਨੂੰ ਕਾਲਜ ਦੇ ਆਡੀਟੋਰੀਅਮ ਵਿੱਚ ਹੈ। ਇਹ ਮੈਨੂੰ ਕੁਝ ਅਲੱਗ ਲੱਗਿਆ ਕਿ ਚੱਲ ਇਹਦੇ ਨਾਲ ਹੀ ਮੇਰਾ ਕੁਝ ਬਣ ਜਾਵੇ, ਕਿਉਂਕਿ ਪਹਿਲਾਂ ਪਹਿਲ ਸਬਵੇ ਵਿੱਚ ਵੀ ਮੇਰਾ ਕੋਈ ਯਾਰ ਦੋਸਤ ਨਹੀਂ ਸੀ ਬਣਿਆ। ਗਾਉਣ ਕਰਕੇ ਜਾਂ ਮੇਰੇ ਮੁਤਾਬਕ ਦਾਰੂ ਕਰਕੇ ਹੀ ਯਾਰ ਦੋਸਤ ਬਣੇ ਸੀ। ਸੋ ਮੈਂ ਸੋਚਿਆ ਵੀ ਮਿੱਤਰਾ, ਆਪਾਂ ਗਾਉਣ 'ਚ ਤਾਂ ਸਿਰਾਂ ਹੀ ਆ, ਬਸ ਇੱਥੇ ਵੀ ਸਭ ਦੇ ਦਿਲ ਜਿੱਤ ਲਵਾਂਗੇ। ਮੇਰੀ ਆਵਾਜ਼ ਸੁਣਦੇ ਸਾਰ ਸਾਰੇ ਗਲ ਨਾਲ ਲਾ ਲੈਣਗੇ ਕਿ ਤੂੰ ਹੁਣ ਤੱਕ ਕਿੱਥੇ ਸੀ, ਤੇਰੀ ਹੀ ਤਾਂ ਸਾਨੂੰ ਉਡੀਕ ਸੀ ਬਸ। ਤੇ ਜਦੋਂ ਇਹਨਾਂ ਨੇ ਮੇਰੇ ਲਿਖੇ ਗਾਣੇ ਸੁਣੇ ਤਾਂ ਇਹ ਵੀ ਮੇਰੇ ਦੀਵਾਨੇ ਹੀ ਹੋ ਜਾਣਗੇ ਕਿ ਅਸੀਂ ਜਿਉਂਦਾ ਜਾਗਦਾ ਲੈਜੈਂਡ ਦੇਖ ਲਿਆ ਹੈ। ਮੈਂ ਉਡੀਕ ਕਰਨ ਲੱਗਿਆ ਸ਼ਨੀਵਾਰ ਦੀ। ਕੰਮ ਤੇ ਜਾਂਦਾ ਤਾਂ ਰੋਜ਼ ਰਾਤ ਨੂੰ ਜਾਂ ਪੜ੍ਹਦਾ ਜਾਂ ਗਾਣੇ ਸੁਣਾਉਣ ਲੱਗ ਜਾਂਦਾ। ਉਹ ਮੇਰੇ ਤੋਂ ਬਹੁਤ ਖੁਸ਼ ਸੀ ਕਿ ਬੱਬੂ ਵਰਗਾ ਤਾਂ ਪੰਜਾਬ 'ਚ ਗੋਈਆ 10 ਸਾਲਾਂ 'ਚ ਇੱਕ ਹੀ ਜੰਮਦਾ ਹੈ। ਸੋ ਉਡੀਕ ਖਤਮ ਹੋਈ। ਮੈਂ ਜਾ ਕੇ ਸ਼ਨੀਵਾਰ ਨੂੰ ਆਡੀਟੋਰੀਅਮ ਅੱਗੇ ਬੈਠ ਗਿਆ। ਮੈਨੂੰ ਸੀ ਬੋਲੀਆਂ ਤਾਂ ਕਿਹੜਾ ਪਾਉਂਦਾ ਹੋਣਾ ਇੱਥੇ, ਆਪਣੀ ਆਉਣ ਸਾਰ ਐਂਟਰੀ ਹੋ ਜਾਣੀ ਹੈ। ਤੇ ਜਦੋਂ ਮੇਰੀ ਵਾਰੀ ਆਈ ਆਡੀਸ਼ਨ ਦੀ ਤਾਂ ਮੈਂ ਦੇਖਿਆ ਬੋਲੀਆਂ ਦੇ ਟਰਾਇਲ ਦੇਣ ਵਾਲੇ 10 ਮੁੰਡੇ ਹੋਰ ਬੈਠੇ ਸੀ। ਮੈਨੂੰ ਕੁਝ ਝਟਕਾ ਲੱਗਿਆ ਕਿ ਇਹ ਕੀ, ਇਹ ਤਾਂ ਬੋਲੀਆਂ ਦੇ ਟਰਾਇਲ ਦੇਣ ਆਏ ਨੇ। ਫਿਰ ਮੈਨੂੰ ਇਦਾਂ ਸੀ ਕਿ ਇਹ ਆਪਣੇ ਬਰਾਬਰ ਕਿੱਥੇ ਗਾ ਲੈਣਗੇ, ਪਰ ਹੋਇਆ ਇਸ ਤੋਂ ਬਿਲਕੁਲ ਉਲਟ। ਜਦੋਂ ਉਹਨਾਂ ਨੇ ਗਾਇਆ ਤਾਂ ਆਵਾਜ਼ਾਂ ਟੱਲੀ ਵਾਂਗ ਟਣਕਣ, ਬਹੁਤ ਹਾਈ ਪਿਚ। ਮੇਰਾ ਨੰਬਰ ਆਖਿਰ ਤੇ ਸੀ। ਮੈਥੋਂ ਉਹਨਾਂ ਸਟੇਜ ਤੇ ਚੜ੍ਹਨ ਤੋਂ ਪਹਿਲਾਂ ਪੁੱਛਿਆ ਕਿ ਕਿੱਥੋਂ ਦਾ ਹੈ। ਮੈਂ ਕਿਹਾ ਜੀ ਦੁਰਾਹੇ ਦਾ। ਤਾਂ ਸਾਰੇ ਪੁਰਾਣੇ ਬੰਦੇ ਤੇ ਕੋਚ ਹੱਸਣ ਲੱਗੇ। ਉਸ ਜਗ੍ਹਾ ਤੇ ਬਹੁਤ ਲੋਕ ਬੈਠੇ ਸੀ। ਸਮਝ ਨਾ ਆਵੇ ਕੌਣ ਕੋਚ ਹੈ ਤੇ ਕੌਣ ਭੰਗੜਾ ਪਾ ਚੁੱਕਿਆ ਤੇ ਕੌਣ ਟਰਾਇਲ ਦੇਣ ਆਇਆ ਹੈ। ਪਰ ਪਿੰਡ ਦਾ ਨਾਮ ਲੈਣ ਕਾਰਨ ਸਾਰੇ ਹੱਸੇ ਕਿਉਂ, ਇਹ ਨਹੀਂ ਸਮਝ ਲੱਗਿਆ। ਮੈਂ ਕੁਝ ਝਿਜਕਿਆ ਤੇ ਸਟੇਜ ਤੇ ਮਾਈਕ ਅੱਗੇ ਖੜਾ ਹੋ ਗਿਆ। ਜਦ ਮੈਂ ਗਾਇਆ, ਹਲੇ ਪਹਿਲੀ ਲਾਈਨ ਹੀ ਗਾਈ ਕਿ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ, ਸਾਰੇ ਖੜੇ ਹੋ ਕੇ ਹੱਸਣ ਲੱਗੇ। ਇੱਕ ਬਾਈ ਨੇ ਸਟੇਜ ਕੋਲ ਆ ਕੇ ਹੌਲੀ ਜਿਹੀ ਕਿਹਾ, ਨਾਮ ਕੀ ਹੈ ਤੇਰਾ? ਮੈਂ ਕਿਹਾ ਬੱਬੂ। ਉਹਨੇ ਕਿਹਾ ਥੱਲੇ ਆ ਜਾ ਵੀਰ। ਉਸ ਦਿਨ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਭਰੀ ਸਭਾ 'ਚ ਮੇਰੇ ਨਾਲ ਦ੍ਰੋਪਦੀ ਵਾਂਗ ਚੀਰ ਹਰਨ ਹੋਇਆ ਹੋਵੇ। ਪੰਜੋ ਪਾਂਡਵ ਭਾਵ ਮੇਰੇ ਸਬਵੇ ਵਾਲੇ, ਮੇਰੇ ਸ਼ਾਇਰ, ਮੇਰੇ ਗਾਇਕ, ਮੇਰੀ ਪੜ੍ਹਾਈ, ਮੇਰੇ ਘਰ ਦੇ ਸਭ ਹਾਰ ਗਏ ਤੇ ਕੌਰਵ ਮੇਰੀ ਇੱਜ਼ਤ ਲੁੱਟ ਰਹੇ ਸਨ। ਪਰ ਪਤਾ ਨਹੀਂ ਮਨ 'ਚ ਕੀ ਹੌਸਲਾ ਆਇਆ। ਮੈਨੂੰ ਅੰਦਾਜ਼ਾ ਹੋਇਆ ਕਿ ਕੋਚ ਕੌਣ ਹੈ। ਮੈਂ ਉਸ ਕੋਲ ਗਿਆ ਤੇ ਪੁੱਛਿਆ ਕੀ ਮੈਂ ਠੀਕ ਨਹੀਂ ਗਾਇਆ। ਉਸਨੇ ਮੇਰੀ ਬਾਂਹ ਫੜੀ ਤੇ ਮੈਨੂੰ ਆਡੀਟੋਰੀਅਮ ਤੋਂ ਬਾਹਰ ਵੱਲ ਲੈ ਗਿਆ। ਉਸ ਪਿੱਛੇ ਘੱਟੋ ਘੱਟ 25-26 ਜਣੇ ਭੱਜੇ ਆਉਣ। ਮੈਨੂੰ ਲੱਗਿਆ ਕਿ ਹੁਣ ਜਿਹੜੀ ਕੁੱਟ ਪੈਣੀ ਹੈ, ਇਹ ਤਾਂ ਕੱਪੜੇ ਹੀ ਪਾੜ ਕੇ ਭੇਜਣਗੇ। ਦਿਲ ਕੀਤਾ ਬਾਂਹ ਛੁਡਾ ਕੇ ਭੱਜਾਂ ਤੇ ਮੁੜ ਕੇ ਕਦੇ ਕਾਲਜ ਨਾ ਆਵਾਂ, ਨਹੀਂ ਤਾਂ ਇਹ ਵੱਡੀਆਂ ਮੁੱਛਾਂ ਵਾਲੇ ਭੰਗੜੇ ਦੇ ਪਲੇਅਰ ਮੈਨੂੰ ਮਾਰ ਹੀ ਦੇਣਗੇ। ਪਰ ਹੋਇਆ ਇਸ ਤੋਂ ਬਿਲਕੁਲ ਉਲਟ। ਮੈਂ ਡਟਿਆ ਰਿਹਾ ਕਿ ਅੱਜ ਪੁੱਛ ਕੇ ਤਾਂ ਜਾਵਾਂ ਕਮੀ ਕੀ ਸੀ ਮੇਰੇ 'ਚ। ਤੇ ਇੱਕ ਪਾਸੇ ਲਿਜਾ ਕੇ ਮੈਨੂੰ ਕੋਚ ਨੇ ਕਿਹਾ ਕਿ ਪੁੱਤ 2 ਗੱਲਾਂ ਦੱਸੂਗਾ ਜਿਨ੍ਹਾਂ ਕਰਕੇ ਆਡੀਟੋਰੀਅਮ 'ਚ ਅੱਗੇ ਤੋਂ ਸੋਚ ਕੇ ਵੜੀ। ਇੱਕ ਤਾਂ ਤੇਰੀ ਆਵਾਜ਼ ਬੋਲੀਆਂ ਲਈ ਕੀ, ਗਾਉਣ ਲਈ ਵੀ ਨਹੀਂ ਬਣੀ। ਬੋਲੀਆਂ ਤਾਂ ਫੇਰ ਵੀ ਕੋਈ ਹਿੱਕ ਦੇ ਜ਼ੋਰ ਵਾਲਾ ਹੀ ਪਾ ਸਕਦਾ ਹੈ। ਤੇ ਦੂਜੀ ਗੱਲ, ਤੂੰ ਦਰਾਹੇ ਦਾ ਹੈ। ਬਸ ਇੰਨਾ ਕਹਿ ਕੇ ਉਹਨੇ ਮੇਰੀ ਬਾਂਹ ਛੱਡ ਦਿੱਤੀ ਤੇ ਮੈਂ ਜਾਨ ਬਚਾ ਕੇ ਭੱਜਿਆ। ਤੇ ਸਾਰਾ ਦਿਨ ਕੰਮ ਤੇ ਸੋਚਦਾ ਰਿਹਾ ਵੀ ਮਿੱਤਰਾ ਤੂੰ ਗਾਉਣ ਵਾਲਾ ਭੁਲੇਖਾ ਪਾਇਆ ਹੀ ਕਿਉਂ ਸੀ। ਇਹ ਯਾਰਾਂ ਦੋਸਤਾਂ 'ਚ ਬਹਿ ਕੇ ਗਾਉਣਾ ਤੇ ਘਰਦਿਆਂ ਸਾਹਮਣੇ ਗਾਉਣ ਨੂੰ ਗਾਉਣਾ ਨਹੀਂ, ਮਾਈਕ ਮੂਹਰੇ ਖੜ ਕੇ ਹਿੱਕ ਦੇ ਜ਼ੋਰ ਨਾਲ ਗਾਉਣ ਨੂੰ ਗਾਣਾ ਕਿਹਾ ਜਾਂਦਾ ਹੈ। ਮੰਨ ਲੈ ਮਿੱਤਰਾ, ਅੱਜ ਤੋਂ ਬਾਅਦ ਗਾਉਣ ਬਾਰੇ ਨਾ ਸੋਚੀ ਸਟੇਜ ਤੇ। ਪਰ ਦੂਜੀ ਗੱਲ ਵਾਰ-ਵਾਰ ਦਿਮਾਗ 'ਚ ਵੱਜੀ ਜਾਵੇ ਕਿ ਦੂਜਾ ਤੂੰ ਦਰਾਹੇ ਦਾ ਹੈ। ਮੈਂ ਸੋਚਿਆ ਵੀ ਇੱਕ ਸ਼ਹਿਰ ਦੇ ਨਾਮ ਤੋਂ ਕਾਹਦੀ ਖਿਝ ਹੋਈ ਭੰਗੜੇ ਦੇ ਕੋਚ ਨੂੰ। ਇਸ ਗੱਲ ਨੇ ਮੈਨੂੰ ਸਾਰਾ ਦਿਨ ਦੁਖੀ ਕੀਤਾ। ਅਗਲੇ ਦਿਨ ਫਿਰ ਕਾਲਜ ਗਿਆ। ਕੰਟੀਨ 'ਚ ਉਹੀ ਮੁੰਡਾ ਬੈਠਾ ਸੀ, ਸਾਊ ਜਿਹਾ, ਜਿਸ ਨੇ ਕਿਹਾ ਸੀ ਸਟੇਜ ਤੋਂ ਉੱਤਰ ਜਾ। ਮੈਂ ਉਸ ਕੋਲ ਜਾ ਕੇ ਹੱਥ ਅੱਗੇ ਕੀਤਾ ਤੇ ਪੁੱਛਿਆ ਕਿ ਬਾਈ ਕੀ ਹਾਲ ਨੇ ਜੀ। ਉਸਨੇ ਖੜਾ ਹੋ ਕੇ ਪਹਿਲਾਂ ਆਲੇ ਦੁਆਲੇ ਵੇਖਿਆ, ਫਿਰ ਮਲਕ ਦਣੀ ਹੱਥ ਮਿਲਾ ਕੇ ਕਿਹਾ, ਤੂੰ ਉਹੀ ਆ ਨਾ ਦਰਾਹੇ ਵਾਲਾ?
ਮੈਂ ਕਿਹਾ ਹਾਂਜੀ ਵੀਰ। ਉਹਨੇ ਕਿਹਾ ਕੱਲ ਵਾਲੀ ਗੱਲ ਦਾ ਗੁੱਸਾ ਨਾ ਕਰੀ ਵੀਰ, ਤੇ ਇੱਕ ਗੱਲ ਹੋਰ, ਹੁਣ ਕਦੇ ਭੰਗੜੇ ਵਾਲਿਆਂ ਦੇ ਕੋਲ ਨਾ ਆਈ। ਮੈਂ ਉਹਨੂੰ ਕਿਹਾ ਕਿ ਵੀਰੇ ਬਸ ਮੈਨੂੰ ਇੰਨਾ ਦੱਸ ਦਿਓ ਕਿ ਦੁਰਾਹੇ ਵਾਲਾ ਚੱਕਰ ਕੀ ਆ। ਉਹਨੇ ਕਿਹਾ ਸੁਣਨਾ ਚਾਹੁੰਦਾ ਹੈ, ਗੁੱਸਾ ਤਾਂ ਨਹੀਂ ਕਰੇਗਾ। ਮੈਂ ਕਿਹਾ ਨਹੀਂ। ਫਿਰ ਉਹ ਬੋਲਣ ਲੱਗਿਆ, ਦੇਖ ਵੀ ਦੁਰਾਹੇ ਵਾਲਿਆ, ਅਸੀਂ ਹੈਗੇ ਆ ਭੰਗੜੇ ਵਾਲੇ। ਅਸੀਂ ਜ਼ਿਆਦਾ ਮਿਹਨਤ ਕਰਦੇ ਹਾਂ, ਘਰ ਵੀ ਨਹੀਂ ਜਾਂਦੇ ਕਦੇ ਕਦੇ। ਕੋਈ ਵੀ ਮੌਸਮ ਹੋਵੇ ਸਾਨੂੰ ਆਡੀਟੋਰੀਅਮ 'ਚ ਬੱਝੇ ਟਾਈਮ 'ਤੇ ਆਉਣਾ ਪੈਂਦਾ। ਅਸੀਂ ਆਪਣਾ ਨੱਚ ਕੇ ਭਾਰ ਵੀ ਸਾਰਾ ਘਟਾ ਲੈਂਦੇ ਹਾਂ। ਕਿੰਨੇ ਹੀ ਮਹੀਨੇ ਮੁੱਛਾਂ ਦਾੜ੍ਹੀਆਂ ਨਹੀਂ ਕਟਾਉਂਦੇ ਕਿ ਜਦੋਂ 10 ਮਿੰਟ ਅਸੀਂ ਸਟੇਜ 'ਤੇ ਭੰਗੜਾ ਪਾਉਣਾ ਹੈ ਤਾਂ ਸਾਡੀ ਪੱਗ ਨਾਲ ਟੌਰ ਲੱਗੇ। ਕਿੰਨਾ ਖੂਨ ਪਸੀਨੇ 'ਚ ਤਬਦੀਲ ਕਰ ਦਿੰਦੇ ਹਾਂ, ਮਤਲਬ ਕਿ ਭੰਗੜਾ ਸਾਡੇ ਲਈ ਜਿਉਣ ਮਰਨ ਵਰਗਾ ਹੀ ਹੁੰਦਾ ਹੈ। ਪਰ ਹਾਂ, ਜੇਕਰ ਕੋਈ ਪੱਟਾਂ ਦੇ ਜ਼ੋਰ 'ਤੇ ਸਾਡੇ ਤੋਂ ਵਧੀਆ ਪਾ ਜਾਵੇ ਤਾਂ ਅਸੀਂ ਉਸ ਦੀ ਤਾਰੀਫ ਵੀ ਕਰਦੇ ਹਾਂ ਤੇ ਪੂਰਾ ਸਾਲ ਉਡੀਕ ਕਰਦੇ ਹਾਂ ਕਿ ਅਗਲੇ ਸਾਲ ਹੋਰ ਮਿਹਨਤ ਨਾਲ ਆਉਣਾ ਹੈ। ਪਰ ਯਾਰ, ਜੇ ਕੋਈ ਬਿਨਾਂ ਹੀ ਕਿਸੇ ਗਲਤੀ ਤੋਂ ਸਾਨੂੰ ਹਾਰਿਆ ਹੋਇਆ ਐਲਾਨ ਕਰ ਦੇਵੇ ਇੰਨੇ ਮਹੀਨਿਆਂ ਦੀ ਮਿਹਨਤ ਤੋਂ ਬਾਅਦ, ਤਾਂ ਉਸ ਦੀ ਮੇਰੇ ਕੋਲ ਤਸ਼ਬੀਹ ਹੀ ਨਹੀਂ ਸ਼ਾਇਦ। ਇਹ ਇੰਨੀ ਮਿਹਨਤ ਕਰਨ ਵਾਲਾ ਇੱਕ ਭੰਗੜਚੀ ਹੀ ਜਾਣ ਸਕਦਾ ਹੈ ਕਿ ਉਹਦੇ ਦਿਲ ਤੇ ਕੀ ਬੀਤਦੀ ਹੈ। ਕੁਝ ਅਜਿਹਾ ਹੀ ਸਾਡੀ ਟੀਮ ਨਾਲ ਤੁਹਾਡੇ ਦਰਾਹੇ ਵਿੱਚ ਪਿਛਲੇ ਸਾਲ ਹੋਇਆ। ਹੋਸਟ ਕਾਲਜ ਵਾਲਿਆਂ ਨੇ ਸਾਨੂੰ ਨੱਚਦੇ ਵਿੱਚੋਂ ਰੋਕ ਦਿੱਤਾ ਕਿ ਆਡੀਅנס 'ਚ ਕੋਈ ਸ਼ਰਾਰਤ ਕਰ ਰਿਹਾ ਸੀ। ਬਾਅਦ ਵਿੱਚ ਸਾਨੂੰ ਹਾਰਿਆ ਕਰਾਰ ਕਰ ਦਿੱਤਾ ਗਿਆ। ਆਡੀਅנס ਦੀ ਗਲਤੀ ਦੀ ਸਜ਼ਾ ਇੱਕ ਸਟੇਜ 'ਤੇ ਨੱਚ ਰਹੀ ਟੀਮ ਨੂੰ ਕਦੇ ਨਹੀਂ ਮਿਲਦੀ, ਪਰ ਇਹ ਭੰਗੜੇ ਦੇ ਮੁਕਾਬਲੇ ਨੇ। ਇੱਥੇ ਧੱਕਾ ਕਰਨ ਲਈ ਹੋਸਟ ਕਾਲਜ ਕੁਝ ਵੀ ਕਰ ਸਕਦੇ ਹਨ। ਸੋ ਮਿੱਤਰਾ, ਜਿਸ ਟੀਮ ਨਾਲ ਤੇ ਉਹਦੇ ਕੋਚਾਂ ਨਾਲ ਇੰਨਾ ਧੱਕਾ ਕਿਸੇ ਸ਼ਹਿਰ 'ਚ ਹੋਇਆ ਹੋਵੇ ਤੇ ਉਹਨਾਂ ਪੂਰਾ ਸਾਲ ਇਹੀ ਸੋਚ ਕੇ ਰਾਤਾਂ ਕੱਟੀਆਂ ਹੋਣ ਕਿ ਸਾਡਾ ਕਸੂਰ ਕਿੱਥੇ ਸੀ, ਜਾਂ ਕਦੋਂ ਅਗਲਾ ਸਾਲ ਆਵੇ ਅਸੀਂ ਹੋਰ ਮਿਹਨਤ ਨਾਲ ਜਾਈਏ, ਤਾਂ ਤੂੰ ਹੀ ਦੱਸ ਉਹ ਸ਼ਹਿਰ ਦੇ ਨਾਮ 'ਚ ਕਿੰਨੀ ਜ਼ਹਿਰ ਘੁਲ ਜਾਂਦੀ ਹੋਊ ਸੁਣੇ ਤੇ ਸਾਡੀ ਟੀਮ ਮੈਂਬਰਾਂ ਲਈ। ਬਸ ਇੰਨਾ ਕਹਿ ਕੇ ਉਹ ਉੱਠਣ ਲੱਗਿਆ ਤਾਂ ਮੈਂ ਕਿਹਾ ਕਿ ਵੀਰੇ ਤੁਹਾਡਾ ਨਾਮ ਕੀ ਹੈ? ਉਹਨੇ ਕਿਹਾ ਕਿ ਸ਼ੀਰਾ। ਵੈਸੇ ਮੈਨੂੰ ਸਾਰੇ ਰਾਜਕੋਟੀ ਕਹਿੰਦੇ ਨੇ ਇੱਥੇ। ਸ਼ੀਰੇ ਦੇ ਜਾਣ ਪਿੱਛੋਂ ਮੈਂ ਬਹੁਤ ਦੇਰ ਸੋਚਦਾ ਰਿਹਾ ਕਿ ਇੱਕ ਬੰਦੇ ਦੇ ਕਰਕੇ ਪੂਰੇ ਸ਼ਹਿਰ ਦਾ ਨਾਮ ਕਿੰਨਾ ਖਰਾਬ ਹੁੰਦਾ ਹੈ ਤੇ ਲੋਕ ਉਹ ਸ਼ਹਿਰ ਦੇ ਹਰ ਬੰਦੇ ਦੀ ਤੁਲਨਾ ਫਿਰ ਉਸ ਮਾੜੇ ਇਨਸਾਨ ਨਾਲ ਹੀ ਕਰਦੇ ਹਨ। ਹੁਣ ਮੈਨੂੰ ਸਮਝ ਆ ਰਿਹਾ ਸੀ ਕਿ ਕੱਲ ਦੁਰਾਹਾ ਕਹੇ ਤੇ ਕੋਚ ਦੇ ਮਨ 'ਚ ਕੀ ਆਇਆ ਹੋਊ ਕਿ ਇੱਕ ਵਾਰ ਤਾਂ ਇਹਨਾਂ ਸਾਡੀਆਂ ਜੜ੍ਹਾਂ ਛੇੜੀਆਂ ਹੀ ਨੇ, ਹੁਣ ਇਹ ਟੀਮ 'ਚ ਆ ਕੇ ਪੁੱਟਣ ਨੂੰ ਹੀ ਫਿਰਦੇ ਨੇ। ਤੇ ਦੂਸਰੀ ਗੱਲ, ਮੇਰੀ ਆਵਾਜ਼ ਵੀ ਭੰਗੜੇ ਦੀਆਂ ਬੋਲੀਆਂ ਵਾਲੀ ਨਹੀਂ ਸੀ। ਪਰ ਪਤਾ ਨਹੀਂ ਕਿਉਂ ਦਿਲ 'ਚ ਵਾਰ-ਵਾਰ ਆਈ ਗਿਆ ਕਿ ਜੇ ਅੱਜ ਚੁੱਪ ਕਰਕੇ ਇਹ ਮੰਨ ਲਿਆ ਕਿ ਗਾਉਣਾ ਨਹੀਂ ਆਉਂਦਾ ਤੇ ਦੁਰਾਹੇ ਕਰਕੇ ਮੈਨੂੰ ਪਾਉਣਗੇ ਨਹੀਂ, ਤਾਂ ਸ਼ਾਇਦ ਸਾਰੀ ਉਮਰ ਜਦ ਵੀ ਮੇਰੇ ਸ਼ਹਿਰ ਕੋਲੋਂ ਲੰਘਿਆ ਕਰਨ ਤਾਂ ਕਿਹਾ ਕਰਨ ਇੱਥੇ ਦੇ ਲੋਕ ਬਹੁਤ ਮਾੜੇ ਨੇ। ਤੇ ਬਸ ਫੇਰ ਕੀ ਸੀ, ਅੰਦਰ ਦਾ ਸੁੱਤਾ ਪਾਸ਼ ਜਾਗ ਪਿਆ, ਜਿਹੜਾ ਕਹਿ ਰਿਹਾ ਸੀ ਹੁਣ ਇਹ ਸਭ ਸਾਡੇ ਸਮਿਆਂ ਵਿੱਚ ਹੀ ਕਿਉਂ ਹੋਣਾ ਸੀ। ਪਰ ਚੱਲੋ, ਜੋ ਵੀ ਹੈ ਹੁਣ ਚੱਲਿਆ ਜਾਵੇ ਉੱਡਦੇ ਬਾਜ਼ਾਂ ਮਗਰ। ਤੇ ਮੂੰਹ ਤੇ ਪਾਣੀ ਮਾਰ ਕੇ ਥੋੜਾ ਜਿਹਾ ਪੀ ਕੇ ਹੌਸਲਾ ਕਰਕੇ ਦੁਬਾਰਾ ਵੜ ਗਿਆ ਆਡੀਟੋਰੀਅਮ ਅੰਦਰ। ਸਾਰੇ ਮੈਨੂੰ ਦੇਖਣ ਨਹੀਂ ਘੂਰਨ ਲੱਗੇ, ਕੋਈ ਅੱਖਾਂ ਕੱਢੇ, ਕੋਈ ਮੁੱਛਾਂ ਤੇ ਹੱਥ ਫੇਰੇ। ਮੈਂ ਸਿੱਧਾ ਜਾ ਕੇ ਕੋਚ ਦੇ ਪੈਰਾਂ 'ਚ ਬਹਿ ਕੇ ਇੱਕ ਹੀ ਗੱਲ ਕਹੀ, ਇਸ ਸਾਲ ਨਾ ਵੀ ਪਵਾਓ ਬੋਲੀਆਂ, ਮੈਂ ਪੂਰਾ ਸਾਲ ਸਿੱਖੂੰ, ਅਗਲੇ ਸਾਲ ਲਈ ਤਿਆਰ ਹੋਂ, ਜੇ ਅਗਲੇ ਨਹੀਂ ਤਾਂ ਅਗਲੇ ਸਹੀ, ਪਰ ਬੋਲੀਆਂ ਤਾਂ ਮੈਂ ਹੁਣ ਇਸ ਕਾਲਜ ਦੀ ਟੀਮ ਨਾਲ ਹੀ ਪਾ ਕੇ ਜਾਊਂ। ਤਾਂ ਇੱਕੋ ਦਮ ਪ੍ਰੋਫੈਸਰ ਬੋਲਿਆ, ਅਸੀਂ ਤੁਹਾਡੇ ਸ਼ਹਿਰ ਦਾ ਕੁੱਤਾ ਵੀ ਕਾਲਜ ਨਹੀਂ ਵੜਨ ਦਿੰਦੇ ਤੇ ਤੂੰ ਸਿੱਧਾ ਟੀਮ 'ਚ ਵੜਨ ਨੂੰ ਫਿਰਦਾ ਹੈ। ਮੇਰੇ ਮੂੰਹੋਂ ਕੁਝ ਨਾ ਨਿਕਲਿਆ, ਬਸ ਇੰਨਾ ਹੀ ਕਿਹਾ, ਸਰ ਮੈਨੂੰ ਇੱਕ ਮੌਕਾ ਦਿਓ ਬਸ। ਕੋਚ ਦੇ ਮਨ 'ਚ ਪਤਾ ਨਹੀਂ ਕੀ ਆਇਆ, ਉਸਨੇ ਕਿਹਾ ਰੋਜ਼ ਆਉਣਾ ਪਊ। ਮੈਂ ਕਿਹਾ ਜੀ ਠੀਕ ਹੈ, ਪਰ ਹੱਸ ਕੇ ਕਹਿੰਦਾ ਚੱਲ ਹੁਣ ਜਾ, ਕੱਲ ਤੋਂ ਆ ਜੀ, ਨਹੀਂ ਫੇਰ ਕਹੇਗਾ ਕੱਲੇ ਤੇ ਮੁੰਡੇ ਹੱਥ ਫੇਰ ਗਏ। ਇੰਨਾ ਕਹਿ ਕੇ ਕੋਚ ਹੱਸ ਪਿਆ। ਮੈਂ ਵੀ ਹੱਸ ਪਿਆ, ਕਿਉਂਕਿ ਮੇਰਾ ਧਿਆਨ ਹੱਥ ਫੇਰਨ ਵਾਲੀ ਗੱਲ ਤੇ ਨਹੀਂ, ਕੱਲ ਤੋਂ ਆਉਣ ਵਾਲੀ ਗੱਲ ਤੇ ਸੀ। ਬਸ ਫੇਰ ਕੀ ਸੀ, ਨੈਟ ਤੋਂ ਪਹਿਲਾਂ ਤਾਂ ਕੱਢੀਆਂ ਬੋਲੀਆਂ ਤੇ ਸਾਰੀਆਂ ਟੀਮਾਂ ਦੀਆਂ ਸੁਣੀ, ਇੱਕ ਕਾਪੀ ਤੇ ਲਿਖ ਲਈਆਂ ਤੇ ਇੱਕ ਤਾਨਪੁਰਾ ਮੋਬਾਈਲ 'ਚ ਡਾਊਨਲੋਡ ਕਰਕੇ ਇੱਕ ਕਾਲਜ ਜਾਣ ਤੋਂ ਪਹਿਲਾਂ, ਇੱਕ ਕੰਮ ਤੇ ਜਾਣ ਤੋਂ ਪਹਿਲਾਂ ਇੱਕ ਘੰਟੇ ਦਾ ਰਿਆਜ਼ ਸ਼ੁਰੂ ਕੀਤਾ ਤੇ ਨਾਲੇ ਕੰਮ ਕਰਿਆ ਕਰਾਂ। ਕਾਲਜ ਟਾਈਮ ਰਿਹਰਸਲ, ਕੰਮ ਤੋਂ ਜਾ ਕੇ ਵੀ ਬੋਲੀਆਂ ਹੀ ਪਾਈ ਜਾਇਆ ਕਰਾਂ। ਕੰਮ ਵਾਲੇ ਵੀ ਪਰੇਸ਼ਾਨ ਵੀ ਇਹ ਦਾਰੂ ਕਾਹਤੋਂ ਨਹੀਂ ਪੀਂਦਾ, ਹੁਣ ਕੀ ਕਰਦਾ ਰਹਿੰਦਾ ਹੈ, ਕੀ ਗਾਉਂਦਾ ਰਹਿੰਦਾ ਹੈ ਸਾਰਾ ਦਿਨ। ਫਿਰ ਇੱਕ ਦਿਨ ਕੋਚ ਨੇ ਕਿਹਾ ਕਿ ਹੁਣ ਅੱਜ ਤੋਂ ਰਿਹਰਸਲਾਂ ਸ਼ਾਮ ਦੀਆਂ। ਮੇਰੇ ਤਾਂ ਜਿਵੇਂ ਹੋਸ਼ ਉੱਡ ਗਏ। ਮੈਂ ਕਿਹਾ ਕਿ ਬਾਈ ਮੈਂ ਸ਼ਾਮੀ ਕੰਮ ਕਰਨਾ ਹੁੰਦਾ, ਅਸੀਂ ਘਰੋਂ ਬਹੁਤ ਗਰੀਬ ਆ ਤੇ ਮੈਨੂੰ ਇੱਥੇ ਕੋਈ ਬੁਲਾਉਂਦਾ ਵੀ ਨਹੀਂ, ਮੈਂ ਫੇਰ ਵੀ ਆਉਣਾ, ਇੰਨੀ ਮਿਹਨਤ ਕਰਦਾ। ਮੈਂ ਪਾਗਲ ਹੋਇਆ, ਪਤਾ ਨਹੀਂ ਕੀ ਬੋਲਦਾ ਰਿਹਾ ਤੇ ਰੋਂਦਾ ਰਿਹਾ। ਕੋਚ ਕੁਝ ਨਾ ਬੋਲਿਆ, ਚੁੱਪ ਕਰਕੇ ਦੇਖੀ ਗਿਆ ਮੇਰੇ ਮੂੰਹ ਵੱਲ। ਤੇ ਜਦ ਮੈਂ ਚੁੱਪ ਕੀਤਾ ਤਾਂ ਉਸਨੇ ਕਿਹਾ
ਇਹ ਰੋਣ ਵਾਲਾ ਡਰਾਮਾ ਵਧੀਆ ਕਰ ਲੈਣਾ, ਨਾਲੇ ਗਰੀਬੀ ਵਾਲਾ ਤੈਨੂੰ ਕੀ ਲੱਗਦਾ, ਤੂੰ ਕੱਲਾ ਘਰੋਂ ਤੰਗ ਹੈ। ਇਹ ਸਾਡਾ ਸੁੱਖਾ ਰਾਤੀ ਸਿਕਿਉਰਿਟੀ ਦੀ ਨੌਕਰੀ ਕਰਦਾ ਹੈ ਤੇ ਕਾਲਜ ਵੀ ਆਉਂਦਾ, ਰਿਹਰਸਲ ਤੇ ਵੀ। ਉਹ ਲਵੀ ਬੈਠਾ, ਉਹਨੂੰ ਪੁੱਛ ਤੁਸੀਂ ਕਿੰਨੇ ਕੁ ਸ਼ਾਹੂਕਾਰ ਹੋ ਜਿਹੜਾ ਭੰਗੜਾ ਪਾਉਂਦੇ ਹੋ, ਤੇ ਇਦਾਂ ਹੈ, ਨਹੀਂ ਤਾਂ ਤੂੰ ਫਿਰ ਕਦੇ ਕੰਮ ਨਹੀਂ ਛੱਡੇਗਾ। ਮੈਂ ਕਿਹਾ ਮਨਜ਼ੂਰ ਹੈ। ਤੇ ਬਸ ਫੇਰ ਕੀ, ਉਸ ਦਿਨ ਤੋਂ ਰੋਜ਼ 2-2 3-3 ਘੰਟੇ ਰਿਆਜ਼, ਮਹੀਨੇ ਦਾ ਬੱਸ ਪਾਸ ਬਣਾ ਲਿਆ। 1500 ਚੋਂ 1000 ਸੱਵੇ ਵਾਲਿਆਂ ਤੋਂ ਲੈ ਲਿਆ, 500 ਮੇਰੇ ਕੋਲ ਆਪਣਾ ਸੀ, ਤੇ ਬੱਸ ਚੜ੍ਹ ਕੇ ਰੋਜ਼ ਦਰਾਹੇ ਤੋਂ ਕਾਲਜ, ਕਾਲਜ ਤੋਂ ਦਰਾਹੇ, ਦਿਨ ਰਾਤ ਇੱਕ ਕੀਤੀ। ਬਹੁਤ ਜ਼ਿਆਦਾ ਰਿਆਜ਼ ਕੀਤਾ, ਬਹੁਤ ਬੋਲੀਆਂ ਸੁਣੀਆਂ। ਹੁਣ ਹੌਲੀ ਹੌਲੀ ਮੈਨੂੰ ਟੀਮ ਵਾਲੇ ਮਾੜਾ ਮੋਟਾ ਬੁਲਾਉਣ ਲੱਗ ਪਏ ਸੀ। ਤੇ ਇੱਕ ਦਿਨ ਦੁਬਾਰਾ ਤੋਂ ਕੋਚ ਨੇ ਕਿਹਾ ਕਿ ਮਾਈਕ ਫੜ ਤੇ ਨਾਲ ਗਾ। ਮੈਂ ਗਾਇਆ ਤੇ ਸਾਰੀਆਂ ਬੋਲੀਆਂ ਪਾ ਦਿੱਤੀਆਂ। ਮੈਨੂੰ ਸੀ ਕੋਚ ਮੈਨੂੰ ਘੁੱਟ ਕੇ ਗਲ ਨਾਲ ਲਾ ਲਊਂਗਾ ਵੀ ਸਿਰਾ ਹੀ ਕਰਤਾ। ਪਰ ਜਦ ਮੈਂ ਕੋਚ ਕੋਲ ਗਿਆ ਤਾਂ ਉਸਨੇ ਇੱਕ ਹੀ ਗੱਲ ਕਹੀ, ਹੁਣ ਤੂੰ ਗਾਉਣ ਲੱਗ ਗਿਆ ਹੈ ਪਰ ਸਵਾਦ ਨਹੀਂ ਆਉਣ ਲੱਗਿਆ। ਮੈਂ ਸੋਚਾਂ ਸਵਾਦ ਤੋਂ ਕੀ ਮਤਲਬ? ਮੈਂ ਪੁੱਛਿਆ ਕਿ ਸਵਾਦ ਤੋਂ ਤੁਹਾਡਾ ਕੀ ਮਤਲਬ? ਸੁਰਿੰਦਰ ਕੌਰ ਨੂੰ ਸੁਣ ਕੇ ਸਵਾਦ ਆਉਂਦਾ ਸੀ, ਮਾਣਕ ਨੂੰ ਸੁਣ ਕੇ ਸਵਾਦ ਆਉਂਦਾ ਸੀ, ਚਮਕੀਲੇ ਨੂੰ ਸੁਣ ਕੇ ਜੀ ਕਰਦਾ ਸੀ ਸੁਣੀ ਜਾਈਏ। ਹੁਣ ਜੇ ਪੁੱਤ ਮਿਹਨਤ ਕਰਨ ਲੱਗਿਆ ਹੀ ਹੈ ਤੇ ਗਾਉਣਾ ਹੀ ਹੈ ਤਾਂ ਇਸ ਤਰ੍ਹਾਂ ਦਾ ਗਾ। ਮੈਂ ਇਹ ਲੋਕਾਂ ਨੂੰ ਹੁਣ ਤੱਕ ਜ਼ਿਆਦਾ ਨਹੀਂ ਸੀ ਸੁਣਿਆ। ਮੈਨੂੰ ਲੱਗਦਾ ਸੀ ਜੋ ਗੀਤ ਅੱਜ ਕੱਲ੍ਹ ਸੁਣੇ ਜਾ ਰਹੇ ਨੇ ਉਹੀ ਅਸਲ ਗੀਤ ਨੇ। ਪਰ ਜਦੋਂ ਮੈਂ ਸੱਚੀ ਇੰਟਰਨੈਟ ਤੇ ਜਾ ਕੇ ਇਹਨਾਂ ਨੂੰ ਸੁਣਿਆ ਤਾਂ ਕੱਲੇ-ਕੱਲੇ ਅੱਖਰ ਦਾ ਮਤਲਬ ਆਪਣੇ ਆਪ 'ਚ ਰਚਾ ਦਿੰਦਾ ਸੀ। ਇੱਕ ਅਲੱਗ ਹੀ ਲੋਰ ਸੀ ਇਹਨਾਂ ਆਵਾਜ਼ਾਂ ਵਿੱਚ, ਸੀਨੇ 'ਚ ਖਿੱਚ ਪੈਂਦੀ ਸੀ। ਫਿਰ ਮੈਂ ਸੋਚਿਆ ਮੈਨੂੰ ਇਹ ਇੰਨਾ ਜ਼ਿਆਦਾ ਕਿਉਂ ਪਾਗਲ ਕਰ ਰਹੇ ਨੇ? ਤਾਂ ਸੋਚਿਆ ਡਰਾਈਵਰ ਦਾ ਮੁੰਡਾ, ਆਹੀ ਕੁਝ ਤਾਂ ਬਾਪੂ ਸੁਣਦਾ ਹੋਊ ਜਵਾਨੀ ਵੇਲੇ, ਤੇ ਪਿਓ ਦਾ ਕੁਝ ਸਾਡੇ ਕੋਲ ਵੀ ਤਾਂ ਆਉਣਾ ਹੀ ਸੀ। ਫਿਰ ਕਾਫੀ ਦਿਨਾਂ ਬਾਅਦ ਜਦ ਬਾਈ ਨੇ ਕਿਹਾ ਕਿ ਹੁਣ ਮਾਈਕ ਫੜ ਤੇ ਗਾ, ਜਦ ਗਾਇਆ ਤੇ ਸਾਰੇ ਬਹੁਤ ਵਧੀਆ ਨੱਚੇ ਤੇ ਸਭ ਨੇ ਤਾਰੀਫ ਕੀਤੀ। ਬਾਈ ਪਰ ਹਾਲੇ ਵੀ ਇੱਕ ਹੀ ਚੀਜ਼ ਕਹਿ ਰਿਹਾ ਸੀ, ਹਾਲੇ 10% ਸਵਾਦ ਆਇਆ, ਫਾਈਨਲ ਵਾਲੇ ਦਿਨ 100% ਕਿਵੇਂ ਆਊਂ? ਮੈਂ ਕਿਹਾ ਲਿਆ ਕੇ ਦਿਖਾਊਂ। ਪਰ ਉਸ ਵਾਲੀ ਆਪਣੀ ਜ਼ਿੰਦਗੀ ਬਾਬੇ ਨੇ ਜਮਾਂ ਫਿਲਮਾਂ ਵਾਲੀ ਬਣਾਈ ਹੈ। ਐਨ ਫਾਈਨਲ ਤੋਂ ਇੱਕ ਦਿਨ ਪਹਿਲਾਂ ਉਹੀ ਪ੍ਰੋਫੈਸਰ ਔਖਾ ਹੋ ਗਿਆ ਜਿਹੜਾ ਕਹਿੰਦਾ ਸੀ ਮੈਂ ਦੁਰਾਹੇ ਦਾ ਕੁੱਤਾ ਵੀ ਨਹੀਂ ਵੜਨ ਦਿੰਦਾ। ਫੇਰ ਕੀ ਸੀ, ਇਸ ਵਾਰ ਪਰ ਕੁਝ ਅਲੱਗ ਹੋਇਆ। ਉਹੀ ਕੋਚ ਜਿਹੜਾ ਇਹ ਸੁਣ ਕੇ ਹੱਸਿਆ ਸੀ ਕਿ ਮੈਂ ਦੁਰਾਹੇ ਦਾ ਹਾਂ, ਤਾਂ ਉਹੀ ਕੋਚ ਅੱਜ ਉਸ ਪ੍ਰੋਫੈਸਰ ਨੂੰ ਕਹਿ ਰਿਹਾ ਸੀ ਬੋਲੀਆਂ ਬੱਬੂ ਹੀ ਪਾਊ, ਮੇਰੀ ਗਰੰਟੀ ਆ, ਟੀਮ ਦੀ ਪਿੱਠ ਨਹੀਂ ਲੱਗਣ ਦਿੰਦਾ। ਤੇ ਮੈਂ ਕੋਲ ਖੜਾ ਸੁਣ ਰਿਹਾ ਸੀ। ਪ੍ਰੋਫੈਸਰ ਚੁੱਪ ਕਰਕੇ ਚਲਾ ਗਿਆ ਤੇ ਬਾਈ ਨੂੰ ਮੈਂ ਕਿਹਾ, ਬਾਈ ਤੁਹਾਨੂੰ ਮੇਰੇ ਤੇ ਭਰੋਸਾ ਤਾਂ ਹੈ ਨਾ? ਤਾਂ ਬਾਈ ਨੇ ਕਿਹਾ ਤੈਨੂੰ ਆਪਣੀ ਮਿਹਨਤ ਤੇ ਹੈ? ਮੈਂ ਕਿਹਾ ਹਾਂਜੀ। ਕਹਿੰਦੇ ਮੈਨੂੰ ਫਿਰ ਤੇਰੇ ਤੇ ਆ। ਬਸ ਉਸ ਦਿਨ ਲੱਗਿਆ ਕਿ ਅੱਧਾ ਕੁ ਤਾਂ ਮੈਂ ਹੁਣ ਜਿੱਤ ਹੀ ਗਿਆ। ਮੈਂ ਬਾਈ ਨੂੰ ਖੁਸ਼ੀ 'ਚ ਇੱਕ ਗੱਲ ਕਹੀ ਕਿ ਬਾਈ ਆਹੀ ਪ੍ਰੋਫੈਸਰ ਤੁਹਾਨੂੰ ਆ ਕੇ ਕਹੂ ਕਿ ਬਾਈ ਤੇਰੇ ਮੁੰਡੇ ਨੇ ਤਾਂ ਅੱਗ ਲਾ ਦਿੱਤੀ। ਬਾਈ ਬਹੁਤ ਖੁਸ਼ ਹੋਇਆ, ਕਹਿੰਦਾ ਚਲੋ ਕੱਲ੍ਹ ਦੇਖਦੇ ਹਾਂ। ਉਸ ਰਾਤ ਮੈਂ ਸਾਰੀ ਰਾਤ ਨਹੀਂ ਸੁੱਤਾ, ਜਾਂ ਸ਼ਾਇਦ ਪਰਫਾਰਮੈਂਸ ਤੋਂ ਇੱਕ ਦਿਨ ਪਹਿਲਾਂ ਕਿਸੇ ਨੂੰ ਵੀ ਨੀਂਦ ਨਹੀਂ ਆਉਂਦੀ। ਉਸ ਰਾਤ ਉਸ ਨੂੰ ਉਡੀਕ ਹੁੰਦੀ ਹੈ ਕਿ ਇੰਨੇ ਮਹੀਨਿਆਂ ਦੀ ਮਿਹਨਤ ਦਾ ਅੱਜ ਨਤੀਜਾ ਨਿਕਲਣਾ ਹੈ, ਤਾਂ ਦੇਖੋ ਕੀ ਨਿਕਲਦਾ ਹੈ। ਤੇ ਮੈਂ ਸਾਰੀ ਰਾਤ ਸੋਚੀ ਗਿਆ ਵੀ ਪ੍ਰਧਾਨ ਸ਼ੇਖੀ ਤਾਂ ਮਾਰਤੀ, ਵੀ ਪ੍ਰੋਫੈਸਰ ਇੱਦਾਂ ਕਹੂੰ। ਬਾਈ ਵੀ ਗਰੰਟੀ ਚੱਕ ਗਿਆ। ਕੱਲ ਜੇ ਮੇਰੀ ਕਮੀ ਕਰਕੇ ਟੀਮ ਦੀ ਮਿਹਨਤ ਖਰਾਬ ਗਈ ਤਾਂ ਮੈਂ ਆਪਣੇ ਸ਼ਹਿਰ ਦਾ ਨਾਮ ਚਮਕਾਉਣਾ ਤਾਂ ਕੀ, ਹੋਰ ਮਿੱਟੀ 'ਚ ਮਿਲਾ ਦੂੰ। ਕਿ ਇਹ ਧੱਕਾ ਤਾਂ ਕਰਦੇ ਹੀ ਆ, ਨਾਲ ਨਾਲ ਗੱਲਾਂ ਵਾਲੇ ਵੀ ਹੁੰਦੇ ਆ। ਬਸ ਫੇਰ ਕੀ ਸੀ, ਸਵੇਰੇ ਤਿਆਰ ਹੋਣ ਤੋਂ ਪਹਿਲਾਂ ਪਾਠ ਕੀਤਾ, ਬਾਬਾ ਦੀਪ ਸਿੰਘ ਜੀ ਦੀ ਫੋਟੋ ਅੱਗੇ ਮੱਥਾ ਟੇਕ ਕੇ ਕਿਹਾ ਤੁਸੀਂ ਹੀ ਗਵਾ ਦਿਓ। ਮੇਰੇ ਤਾਂ ਹੱਥ 'ਚ ਮਿਹਨਤ ਸੀ, ਜਿੰਨੀ ਹੋਈ ਮੈਂ ਕਰ ਲਈ। ਤੇ ਫੇਰ ਜਦ ਅਲਗੋਜ਼ੇ ਵੱਜੇ ਤੇ ਜਦ ਮੈਂ ਗਾਇਆ, ਟੀਮ ਨੱਚੀ। ਸੱਚੀ ਉਸ ਦਿਨ ਵਰਗਾ ਸ਼ਾਇਦ ਨਾ ਕਦੇ ਮੁੜ ਕੇ ਅੱਜ ਤੱਕ ਗਾਇਆ ਤੇ ਨਾ ਕਦੇ ਉਹ ਖੁਸ਼ੀ ਹੋਈ ਆ। ਸਵਾਦ ਹੀ ਹੋਰ ਸੀ। ਗਾ ਕੇ ਥੱਲੇ ਉਤਰਿਆ ਤਾਂ ਉਹੀ ਟੀਮ ਜੋ ਮੈਨੂੰ ਘੂਰਦੀ ਸੀ ਨੇ ਮੋਢਿਆਂ ਤੇ ਚੱਕ ਕੇ ਗੇੜਾ ਦਿੱਤਾ। ਰਿਜ਼ਲਟ ਆਇਆ, ਅਸੀਂ ਜਿੱਤ ਗਏ ਸੀ। ਸਾਰੇ ਬਹੁਤ ਖੁਸ਼ ਸੀ। ਬਾਈ ਆਇਆ ਮੇਰੇ ਕੋਲ, ਮੋਢੇ ਤੇ ਹੱਥ ਰੱਖਿਆ ਤੇ ਕਿਹਾ ਬੱਬੂ ਅੱਜ ਮੈਂ ਤੇਥੋਂ ਬਹੁਤ ਖੁਸ਼ ਹਾਂ, ਤੂੰ ਆਪਣੇ ਬੋਲਾਂ ਦਾ ਪੱਕਾ ਨਿਕਲਿਆ। ਮੈਂ ਪੁੱਛਿਆ ਕਿਹੜੇ ਬੋਲਾਂ ਦਾ? ਤਾਂ ਉਹਨੇ ਕਿਹਾ ਪ੍ਰੋਫੈਸਰ ਕਹਿ ਕੇ ਗਿਆ ਅਗਲੀ ਵਾਰ ਤੋਂ ਆਹੀ ਮੁੰਡਾ ਬੋਲੀਆਂ ਪਾਊਂ ਟੀਮ ਦੀਆਂ। ਬਸ ਉਸ ਪਲ ਜ਼ਿੰਦਗੀ 'ਚ ਪਹਿਲੀ ਵਾਰ ਲੱਗਿਆ ਕਿ ਜਿਹੜੀ ਚੀਜ਼ ਬਹੁਤ ਜ਼ਿਆਦਾ ਮਿਹਨਤ ਤੇ ਅਰਦਾਸਾਂ ਨਾਲ ਰੱਬ ਤੋਂ ਮੰਗੀ ਹੁੰਦੀ ਹੈ, ਜਦੋਂ ਮਿਲਦੀ ਹੈ ਤਾਂ ਉਸ ਜਿੱਤ ਦਾ ਨਜ਼ਾਰਾ ਹੀ ਹੋਰ ਹੈ। ਹੁਣ ਮੈਨੂੰ ਪਤਾ ਲੱਗ ਗਿਆ ਸੀ ਕਿ ਭੰਗੜੇ ਵਾਲੇ ਕੀ ਹੁੰਦੇ ਹਨ। ਤੇ ਫਿਰ ਇੱਕ ਆਦਮੀ ਆ ਕੇ ਕਹਿੰਦਾ ਮੈਂ ਦੁਰਾਹੇ ਤੋਂ। ਮੈਂ ਕਿਹਾ ਸਤਿ ਸ਼੍ਰੀ ਅਕਾਲ ਜੀ। ਕਹਿੰਦਾ ਮੈਂ ਦੁਰਾਹੇ ਦੀ ਟੀਮ ਦਾ ਕੋਚ। ਮੈਂ ਕਿਹਾ ਕਿੱਦਾਂ ਲੱਗੀਆਂ ਬੋਲੀਆਂ? ਉਸਨੇ ਕਿਹਾ ਬਹੁਤ ਹੀ ਜ਼ਿਆਦਾ ਸੋਹਣੀਆਂ। ਫਿਰ ਉਸਨੇ ਕਿਹਾ ਤੂੰ ਆਪਣੇ ਸ਼ਹਿਰ 'ਚ ਹੀ ਕਾਲਜ ਲੱਗ ਜਾ ਨਾ, ਅੱਧੀ ਫੀਸ ਮਾਫ ਹੋ ਜੂ। ਮੈਂ ਕਿਹਾ ਕਿੰਨੀ ਰਹਿ ਜੂ? ਕਹਿੰਦਾ 10,000। ਮੈਂ ਕਿਹਾ ਇੱਥੇ 3,000 ਆ। ਉਸਨੂੰ ਹੋਰ ਕੁਝ ਨਾ ਸੁਝਿਆ ਤਾਂ ਕਹਿੰਦਾ
ਆਪਣੇ ਸ਼ਹਿਰ ਦੀ ਟੀਮ ਨਾਲ ਪਾਏਗਾ ਤਾਂ ਤੇਰੇ ਨਾਲ ਸ਼ਹਿਰ ਦਾ ਨਾਮ ਵੀ ਉੱਚਾ ਹੋਊ। ਮੈਂ ਕਿਹਾ ਉਹੀ ਤਾਂ ਕਰ ਰਿਹਾ ਸਰ, ਮੇਰੀ ਅੱਖ ਨਾਲ ਦੇਖੋ ਅੱਜ ਮੇਰੇ ਸ਼ਹਿਰ ਦਾ ਨਾਮ ਕਿੰਨਾ ਉੱਤੇ ਆ। ਇੱਕੋ ਦਮ ਸਾਰੀ ਟੀਮ ਆਈ, ਢੋਲ ਵਜਾਉਂਦੀ, ਬੱਕਰੇ ਬੁਲਾਉਂਦੀ, ਮੈਨੂੰ ਮੋਢਿਆਂ ਤੇ ਚੁੱਕਿਆ। ਮੈਂ ਬੋਲੀਆਂ ਪਾ ਰਿਹਾ ਸੀ। ਫਿਰ ਭੰਗੜੇ ਦਾ ਉਹ ਸਾਲ ਅਸੀਂ ਇੰਟਰਵਰਸਿਟੀ ਤੱਕ ਜਿੱਤੇ, ਪਰ ਉਸ ਤੋਂ ਬਾਅਦ ਕੁਝ ਬਹੁਤ ਅਲੱਗ ਹੋਣ ਲੱਗਿਆ।